ही ईमानदार ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸਰਦਾਰ ਕਾਬਲ ਸਿੰਘ ਸਿੱਧੂ ਅਤੇ ਸਰਦਾਰ ਬਖਸ਼ੀਸ਼ ਸਿੰਘ ਸਿੱਧੂ ਪਿਛਲੇ ਦਿਨੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ, ਜਿਨ੍ਹਾਂ ਵਿੱਚ ਰਾਜਬੀਰ ਕੌਰ, ਸੁਖਬੀਰ ਸਿੰਘ ਸਿੱਧੂ, ਸੁਖਦੇਵ ਸਿੰਘ ਸਿੱਧੂ, ਸਮਰੀਤ ਕੌਰ ਸਿੱਧੂ, ਮਨਜਿੰਦਰ ਕੌਰ, ਸੁਖਿਆਤ ਸਿੰਘ ਸਿੱਧੂ ਅਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਉਹਨਾਂ ਦੇ ਗ੍ਰਹਿ ਪਿੰਡ ਬਾਰੇਕੇ ਫਿਰੋਜ਼ਪੁਰ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਸਰਦਾਰ ਕਾਬਲ ਸਿੰਘ ਸਿੱਧੂ ਜੀ ਦਾ ਜਨਮ 1 ਜਨਵਰੀ 1975 ਨੂੰ ਹੋਇਆ, ਜਦੋਂ ਕਿ ਸਰਦਾਰ ਬਖਸ਼ੀਸ਼ ਸਿੰਘ ਸਿੱਧੂ ਜੀ ਦਾ ਜਨਮ 18 ਮਾਰਚ 1978 ਨੂੰ ਹੋਇਆ। ਆਪ ਦੋਨਾਂ ਨੇ ਚਾਹੇ ਬਹੁਤ ਥੋੜੀ ਜ਼ਿੰਦਗੀ ਇਸ ਦੁਨੀਆ ਤੇ ਬਸਰ ਕੀਤੀ, ਪਰ ਆਪਣੀਆਂ ਅਮਿੱਟ ਯਾਦਾਂ ਛੱਡ ਗਏ। ਅਜਿਹੇ ਕੰਮ ਕੀਤੇ ਜਿਹੜੇ ਕਦੇ ਵੀ ਭੁਲਾਏ ਨਹੀਂ ਜਾ ਸਕਦੇ। ਆਪ ਜੀ ਦੋਨੋਂ ਹੀ ਪਰਮਾਤਮਾ ਦੇ ਘਰ ਪ੍ਰਤੀ ਸੱਚੇ ਸ਼ਰਧਾਵਾਨ ਸਨ। ਆਪ ਜੀ ਦੋਨੋਂ ਹੀ ਬਹੁਤ ਹੀ ਮਿੱਠੀ ਬੋਲੀ ਦੇ ਮਾਲਕ ਸਨ ਅਤੇ ਆਪਣੀ ਮਿੱਠੀ ਬੋਲੀ ਨਾਲ ਹਰ ਇੱਕ ਨੂੰ ਆਪਣਾ ਬਣਾਉਣ ਦੀ ਸ਼ਕਤੀ ਆਪ ਜੀ ਵਿੱਚ ਮੌਜੂਦ ਸੀ। ਆਪ ਜੀ ਗਰੀਬਾਂ ਅਤੇ ਦੀਨ ਦੁਖੀਆਂ ਦੇ ਮਸੀਹਾ ਸਨ ਅਤੇ ਹਮੇਸ਼ਾ ਹੀ ਹਰ ਇੱਕ ਦੀ ਮਦਦ ਲਈ ਤਿਆਰ ਬਰ ਤਿਆਰ ਰਿਹਾ ਕਰਦੇ ਸਨ। ਸਰਦਾਰ ਬਖਸ਼ੀਸ਼ ਸਿੰਘ ਅਤੇ ਸਰਦਾਰ ਕਾਬਲ ਸਿੰਘ ਜੀ ਦੀ ਬੇਵਕਤੀ ਮੌਤ ਨਾਲ ਉਹਨਾਂ ਦੇ ਪਰਿਵਾਰ ਨੂੰ ਨਾ ਸਹਿਣ ਚੋਂ ਘਾਟਾ ਪਿਆ। ਜੈ ਜੈ ਰੱਖਿਆ ਤਹਿ ਜਾਏ ਖੜੋਣਾ ਮਲ ਕਲ ਮੌਤ ਜਾਇਆ ਬਸੀ ਸਭ ਦਰਵਾਜੇ ਪੰਨ ਮਲ ਕਲ ਮੌਤ ਜਾਇਆ ਬਸੀ ਸਭ ਦਰਵਾਜੇ ਪੰਨ ਮੌਤ ਜਾਇਆ ਵਸੇ ਸਭ ਦਰਵਾਜੇ ਪੰਨ ਮਨ ਕਲ ਮੌਤ ਜਾਇਆ ਵਸੇ ਸਭ ਦਰਵਾਜੇ ਪੰਨ 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 ਮਨ ਕਲ ਮੌਤ ਜਾਇਆ ਵਸੇ ਸਭ ਦਰਵਾਜੇ ਪੰਨ ਮਨ ਕਲ ਮੌਤ ਜਾਇਆ ਵਸੇ ਸਭ ਦਰਵਾਜੇ ਪੰਨ
ਬਾਤੀ ਅਸੂਣੀ ਬੰਨ ਆਇਓ ਬੰਦਾ ਧੁਨੀ ਵਿੱਚ ਬਾਤੀ ਅਸੂਣੀ ਬੰਨ ਬਾਤੀ ਅਸੂਣੀ ਬੰਨ ਬਾਤੀ ਅਸੂਣੀ ਬੰਨ ਮਲ ਕਲ ਮੌਤ ਜਾਇਆਵਸੀ ਸਭ ਦਰਵਾਜ਼ੇ ਪੰਨ ਮਲ ਕਲ ਮੌਤ ਜਾਇਆਵਸੀ ਸਭ ਦਰਵਾਜ਼ੇ ਪੰਨ 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 ਮਲ ਕਲ ਮੌਤ ਜਾਇਆਵਸੀ ਸਭ ਦਰਵਾਜ਼ੇ ਪੰਨ ਮਲ ਕਲ ਮੌਤ ਜਾਇਆਵਸੀ ਸਭ ਦਰਵਾਜ਼ੇ ਪੰਨ ਤਿੰਨਾਂ ਪਿਆਰਿਆਂ ਪਾਇਆ ਅੱਗੇ ਦਿੱਤਾ ਬੰਨ ਤਿੰਨਾਂ ਪਿਆਰਿਆਂ ਪਾਇਆ ਅੱਗੇ ਦਿੱਤਾ ਬੰਨ ਦੇਖੋ ਬੰਦਾ ਚੱਲਿਆ ਚੌਹ ਜਣਿਆਂ ਦੇ ਕੰਨ ਦੇਖੋ ਬੰਦਾ ਚੱਲਿਆ ਚੌਹ ਜਣਿਆਂ ਦੇ ਕੰਨ ਚੌਹ ਜਣਿਆਂ ਦੇ ਕੰਨ ਚੌਹ ਜਣਿਆਂ ਦੇ ਕੰਨ ਮਲ ਕਲ ਮੌਤ ਜਾਇਆਵਸੀ ਸਭ ਦਰਵਾਜ਼ੇ ਪੰਨ ਮਲ ਕਲ ਮੌਤ ਜਾਇਆਵਸੀ ਸਭ ਦਰਵਾਜ਼ੇ ਪੰਨ 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 ਮਲ ਕਲ ਮੌਤ ਜਾਇਆਵਸੀ ਸਭ ਦਰਵਾਜ਼ੇ ਪੰਨ ਮਲ ਕਲ ਮੌਤ ਜਾਇਆਵਸੀ ਸਭ ਦਰਵਾਜ਼ੇ ਪੰਨ
ਦਰਵਾਜ਼ੇ ਬੰਦ, ਸਭ ਦਰਵਾਜ਼ੇ ਬੰਦ, ਸਭ ਦਰਵਾਜ਼ੇ ਬੰਦ। ਅਚਿੰਤੇ ਬਾਜ ਪਏ, ਅਚਿੰਤੇ ਬਾਜ ਪਏ। ਅਚਿੰਤੇ ਬਾਜ ਪਏ, ਅਚਿੰਤੇ ਬਾਜ ਪਏ, ਅਚਿੰਤੇ ਬਾਜ ਪਏ। ਕਰੇਂਦੇ ਹਨ ਜਨੋ, ਅਚਿੰਤੇ ਬਾਜ ਪਏ। ਕੇਲ ਕਰੇਂਦੇ ਹਨ ਜਨੋ, ਅਚਿੰਤੇ ਬਾਜ ਪਏ। ਕੇਲ ਕਰੇਂਦੇ ਹਨ ਜਨੋ, ਅਚਿੰਤੇ ਬਾਜ ਪਏ। ਅਚਿੰਤੇ ਬਾਜ ਪਏ, 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 ਅਚਿੰਤੇ ਬਾਜ ਪਏ। ਪ੍ਰੀਤ ਦਰਿਆ ਵੇ ਕੰਨੇ ਬਦੂਰਾ, ਕੈਠਾ ਕੇਲ ਕਰੇ, ਪ੍ਰਿਆਵੇ ਕੰਨੇ ਬਦਲਾ, ਬੈਠਾ ਕੇਲ ਕਰੇ। ਕੇਲ ਕਰੇਂਦੇ ਹਨ ਜਨੋ, ਅਚਿੰਤੇ ਬਾਜ ਪਏ। ਕੇਲ ਕਰੇਂਦੇ ਹਨ ਜਨੋ, ਅਚਿੰਤੇ ਬਾਜ ਪਏ, 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 ਅਚਿੰਤੇ ਬਾਜ
दिया अचिंते बाज पए अचिंते बाज पए अचिंते बाज पए अचिंते बाज पए खेल करे दे हंजनो अचिंते बाज पए खेल करे दे हंजनो अचिंते बाज पए खेल करेंदे हंजनो अचिंते बाज पए खेल करेंदे हंजनो अचिंते बाज पए 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 सतगुरु जी कहंदे नन घाले सब दिवस सास नह बढ़न घटन तिल सार। कहंदे एक तिल जिन्ना भी कहंदे ना ये वधदे ने ते ना ये घटदे ने। की होया बाबा अटल राय जी जिन्हां दी उम्र लगभग 9 साल दी सी, वाहिगुरू दा भाणा वापरिया। बाबा अटल राय जी रब नूं प्यारे हो गई, तिन्हां दी मौत हो गई। छेवें पातशाह जी सिंघासन ते बैठे ने हरमंदर साहिब दे विच। संगतां दूर दराडे तो आउंदियां ने, सतगुरां दे कोल नमस्कार करके हाथ जोड़ के बैठी जा रही ने। एक पासे बीबियां बैठियां ने विरलाप करदियां ने, क्योंकि पता सी ना निक्का जिहा बच्चा 9 साल दा। मतावां उच्ची उच्ची विरलाप करदियां ने ते छेवें पातशाह जी बैठे ने सिंघासन ते। कहन लगे भाई ये परमेश्वर दी मौज है, परमेश्वर ने भेजिया सी, परमेश्वर लै गया है। सारे गुरबाणी पढ़ो, सिमरन करो। इन्नी देर नूं की होया कि भाई साईं दास जी छेवें पातशाह दे दुनियावी तौर ते संडू सन। डोली भाई की तो भाई साईं दास जी ते उन्हां दे धर्म पत्नी वो भी सतगुरां दे कोल गए ने। जदों पता लग्या कि बाबा अटल राय जी चढ़ाई कर गए ने, भाई साईं दास जी जिथे छेवें पातशाह दे सांढू सन, रिश्तेदारी सी, उथे उन्हां नूं इह भी पता सी कि गुरु नानक देव साहिब जी दी छेवीं जोत, उन्हां दी छेवीं गद्दी दे ये वारस ने। उन्हां दा सत्कार करदे सन गुरु जान के। हाथ जोड़े ने, कहन लगे सतगुरु जी बहुत माड़ा होया है। सतगुरु जी ये किदां दा भाणा वापरिया। सतगुरु जी कहन लगे भाई साईं दास परमेश्वर ने भेजिया सी, जिवें उनकी मौज वो परमेश्वर करदा है। सारी संगत बैठी है, बीबियां भी बैठियां ने। बीबियां फिर विरलाप करन लगियां ने। सतगुरां ने देखिया कि इन्हां मातावां नूं, इन्हां भैणां नूं, इन्हां बीबियां नूं किवें दस्सिया जाए कि ये परमेश्वर की रचना है। ध्यान देना, मातावां नहीं समझ आ जाएगी। भाई साईं दास जी छेवें पातशाह दे कोल नीचे बैठ गए ने ते सतगुरु जी कहन लगे भाई साईं दास की करो, अपने सज्जे हाथ दे नाल जिथे बैठे जी धरती ते लकीर खिंच दिओ।
ਭਾਈ ਸਾਈਂ ਦਾਸ ਜੀ ਨੇ ਸੱਤ ਕਰਕੇ ਬਚਨ ਮੰਨਿਆ, ਆਪਣੇ ਹੱਥ ਦੇ ਨਾਲ ਲਕੀਰ ਖਿੱਚਦੀ। ਸਾਰੀ ਸੰਗਤ ਦਾ ਧਿਆਨ ਸਤਿਗੁਰਾਂ ਦੇ ਵੱਲ ਕਿ ਸਤਿਗੁਰਾਂ ਦਾ ਇਹ ਕੀ ਕੌਤਕ ਹੈ। 2-4 ਮਿੰਟ 5 ਮਿੰਟ ਪਏ, ਸਤਿਗੁਰਾਂ ਨੇ ਫਿਰ ਹੁਕਮ ਕੀਤਾ ਭਾਈ ਸਾਈਂ ਦਾਸ ਜੀ ਨੂੰ। ਕਹਿਣ ਲੱਗੇ ਭਾਈ ਸਾਈਂ ਦਾਸ ਜੀ, ਜਿਹੜੇ ਹੱਥ ਦੇ ਨਾਲ ਇਹ ਲਕੀਰ ਖਿੱਚੀ ਸੀ, ਉਸ ਹੱਥ ਦੇ ਨਾਲ ਇਸ ਲਕੀਰ ਨੂੰ ਮਿਟਾ ਦਿਓ। ਭਾਈ ਸਾਈਂ ਦਾਸ ਜੀ ਸੱਤ ਕਰਕੇ ਬਚਨ ਮੰਨਿਆ ਤੇ ਆਪਣੇ ਹੱਥ ਦੇ ਨਾਲ ਉਹ ਲਕੀਰ ਨੂੰ ਮਿਟਾਤਾ, ਸਾਫ਼ ਕਰਤਾ। ਸੰਗਤ ਬੈਠੀ ਸਤਿਗੁਰਾਂ ਨੂੰ ਦੇਖੀ ਜਾ ਰਹੀ ਹੈ। ਸੰਗਤ ਚੋਂ ਜਦੋਂ ਸਤਿਗੁਰਾਂ ਨੂੰ ਪੁੱਛਿਆ ਗਿਆ ਕਿ ਮਹਾਰਾਜ, ਇਹ ਤੁਹਾਡੀ ਰਚਨਾ, ਇਹ ਤੁਹਾਡੇ ਕੌਤਕ ਨੇ, ਤੁਹਾਡੀ ਰਮਜ ਅਸੀਂ ਨਹੀਂ ਜਾਣਦੇ, ਆਪ ਕਿਰਪਾ ਕਰਕੇ ਦੱਸੋ। ਕਹਿਣ ਲੱਗੇ ਭਾਈ ਸਾਈਂ ਦਾਸ, ਜਦੋਂ ਤੁਹਾਨੂੰ ਇਹ ਕਿਹਾ ਗਿਆ ਸੀ ਕਿ ਲਕੀਰ ਖਿੱਚ ਦਿਓ, ਕਿਸੇ ਗੱਲ ਦੀ ਖੁਸ਼ੀ ਹੋਈ? ਭਾਈ ਸਾਈਂ ਦਾਸ ਜੀ ਕਹਿਣ ਲੱਗੇ ਮਹਾਰਾਜ ਤੁਹਾਡਾ ਹੁਕਮ ਮੰਨਿਆ ਤੇ ਲਕੀਰ ਖਿੱਚਦੀ। ਕਹਿਣ ਲੱਗੇ ਜਦੋਂ ਤੁਹਾਨੂੰ ਕਿਹਾ ਗਿਆ ਕਿ ਲਕੀਰ ਮਿਟਾ ਦਿਓ, ਕਿਸੇ ਗੱਲ ਦੀ ਕੋਈ ਗਮੀ ਹੋਈ, ਕੋਈ ਦੁੱਖ ਹੋਇਆ? ਹੱਥ ਜੋੜੇ ਨੇ, ਗਲ ਚੋਂ ਪੱਲਾ ਪਾਇਆ। ਕਹਿਣ ਲੱਗਾ ਮਹਾਰਾਜ ਤੁਹਾਡਾ ਹੁਕਮ ਮੰਨ ਕੇ ਲਕੀਰ ਖਿੱਚਤੀ ਸੀ, ਤੁਹਾਡਾ ਹੁਕਮ ਮੰਨ ਕੇ ਲਕੀਰ ਮਿਟਾਤੀ ਏ, ਕਿਹੜੀ ਗੱਲ ਦੀ ਖੁਸ਼ੀ, ਕਿਹੜੀ ਗੱਲ ਦੀ ਗਮੀ? ਸਤਿਗੁਰੂ ਜੀ ਕਹਿਣ ਲੱਗੇ ਬਸ ਫਿਰ। ਸੰਗਤਾਂ ਨੂੰ ਕਹਿੰਦੇ ਇਹੀ ਪਰਮੇਸ਼ਰ ਨੇ ਬਾਬਾ ਅਟਲ ਰਾਏ ਜੀ ਦੁਨੀਆ ਤੇ ਲਕੀਰ ਖਿੱਚੀ ਸੀ, ਭੇਜਿਆ ਸੀ ਤੇ ਉਹਨਾਂ ਨੇ ਲਕੀਰ ਮਿਟਾਤੀ, ਉਹਨਾਂ ਨੇ ਬੁਲਾ ਲਿਆ ਹੈ। ਇਹ ਉਹਦੀ ਰਚਨਾ ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਇਹ ਜਿਵੇਂ ਜਿਵੇਂ ਜਿੰਨੀ ਉਮਰ ਦੇ ਕੇ, ਜਿੰਨੀ ਔਧ ਦੇ ਕੇ, ਜਿੰਨੇ ਸਵਾਸ ਦੇ ਕੇ ਸਤਿਗੁਰਾਂ ਨੇ ਸਰਦਾਰ ਕਾਬਲ ਸਿੰਘ ਜੀ, ਸਰਦਾਰ ਬਖਸ਼ੀਸ਼ ਸਿੰਘ ਜੀ ਨੂੰ ਭੇਜਿਆ ਸੀ, ਜਿੰਨੀ ਸਾਡੇ ਨਾਲ ਉਹਨਾਂ ਦੀ ਸਾਂਝ ਸੀ। ਮਾਤਾ ਜੀ ਬੈਠੇ ਨੇ, ਪਿਤਾ ਜੀ ਬੈਠੇ ਨੇ, ਕਿਉਂਕਿ ਮਾਂ ਦੇ ਦਿਲ ਦੇ ਟੁਕੜੇ, ਬਾਪ ਦੇ ਦਿਲ ਦੇ ਟੁਕੜੇ ਜਦੋਂ ਚਲੇ ਜਾਂਦੇ ਨੇ, ਇਹ ਬਹੁਤ ਵੱਡਾ, ਇਹ ਉਹੀ ਜਾਣਦਾ ਜਿਸ ਤਨ ਲੱਗੈ ਸੋਈ ਜਾਣੈ, ਅਵਰ ਕੋ ਜਾਣੈ ਪੀਰ ਪਰਈਆ। ਕੋਈ 3 ਸੱਜਣ ਤੁਰੇ ਜਾ ਰਹੇ ਸਨ, 3 ਸੱਜਣ ਤੁਰੇ ਜਾ ਰਹੇ ਸਨ। ਤੁਰਦਿਆਂ ਤੁਰਦਿਆਂ ਇੱਕ ਸੱਜਣ ਨੇ ਸਵਾਲ ਕੀਤਾ ਕਿ ਤੂੰ ਦੱਸ, ਦੁਨੀਆ ਤੇ ਸਭ ਤੋਂ ਜ਼ਿਆਦਾ ਭਾਰ ਕਿਹੜੀ ਚੀਜ਼ ਦਾ ਹੈ? ਧਿਆਨ ਦੇਣਾ, ਕਿਉਂਕਿ ਸਤਿਕਾਰਯੋਗ ਭਾਈ ਬੋੜ ਸਿੰਘ ਜੀ ਪਿੰਡ ਦੇ ਹਜੂਰੀ ਗ੍ਰੰਥੀ ਢਾਡੀ ਸਿੰਘ, ਭਗਤ ਮਿਲਖਾ ਸਿੰਘ ਜੀ ਮਹਾਂਪੁਰਖ, ਉਹਨਾਂ ਨੂੰ ਹੁਕਮ ਹੋਇਆ ਸੀ ਕਿ ਗੁਰਬਾਣੀ ਦਾ ਕੀਰਤਨ ਕਰਨਾ ਹੈ। ਤੇ ਇਹ ਵਿਚਾਰ, ਇਹ ਸਾਖੀ ਮੈਂ ਤਾਂ ਸਾਂਝੀ ਕੀਤੀ ਹੈ ਕਿ ਸਾਨੂੰ ਥੋੜਾ ਜਿਹਾ ਇਤਿਹਾਸ ਸੁਣ ਕੇ ਸਾਡੇ ਮਨ ਨੂੰ ਥੋੜੀ ਜਿਹੀ ਧਰਾਸ ਆਵੇ, ਕਿਉਂਕਿ ਕਿੰਨੇ ਦਿਨਾਂ ਤੋਂ ਇਹ ਪਰਿਵਾਰ ਵਿਰਲਾਪ ਕਰ ਕਰਕੇ ਹੁਣ ਤਾਂ ਕਹਿੰਦੇ ਅੱਖਾਂ ਚੋਂ ਹੰਝੂ ਵੀ ਸੁੱਕ ਗਏ ਨੇ, ਕਿਉਂਕਿ ਇਹ ਦੁੱਖ ਹੀ ਬਹੁਤ ਵੱਡਾ ਹੈ। 3 ਸੱਜਣ ਤੁਰੇ ਜਾ ਰਹੇ ਸਨ। ਕੀ ਹੋਇਆ? ਇੱਕ ਸੱਜਣ ਨੇ ਸਵਾਲ ਕੀਤਾ ਕਿ ਤੂੰ ਦੱਸ, ਦੁਨੀਆ ਤੋਂ ਸਭ ਤੋਂ ਜ਼ਿਆਦਾ ਭਾਰ ਕਿਹੜੀ ਚੀਜ਼ ਦਾ ਹੈ? ਉਹ ਵਿਚਾਰ ਕੇ, ਸੋਚ ਕੇ ਕਹਿਣ ਲੱਗਾ ਮੈਨੂੰ ਐ ਲੱਗਦਾ ਹੈ ਕਿ ਜਿਵੇਂ ਦੁਨੀਆ ਤੇ ਬਹੁਤ ਵੱਡੇ ਵੱਡੇ ਪਹਾੜ ਨੇ, ਇਹਨਾਂ ਦਾ ਧਰਤੀ ਤੇ ਬਹੁਤ ਜ਼ਿਆਦਾ ਭਾਰ ਹੈ। ਜਿਹਨੇ ਸਵਾਲ ਕੀਤਾ ਸੀ ਕਹਿਣ ਲੱਗਾ ਨਹੀਂ, ਤੇਰਾ ਜਵਾਬ ਗਲਤ ਹੈ। ਦੂਸਰੇ ਸਾਥੀ ਨੂੰ ਫਿਰ ਬਚਨ ਕੀਤਾ, ਪ੍ਰਸ਼ਨ ਕੀਤਾ ਕਿ ਤੂੰ ਦੱਸ ਕਿ ਦੁਨੀਆ ਤੇ ਸਭ ਤੋਂ ਜ਼ਿਆਦਾ ਭਾਰ ਕਿਹੜੀ ਚੀਜ਼ ਦਾ ਹੈ? ਉਹ ਵਿਚਾਰ ਕੇ, ਸੋਚ ਕੇ ਕਹਿਣ ਲੱਗਾ, ਕਹਿੰਦਾ ਮੈਨੂੰ ਐ ਲੱਗਦਾ ਹੈ ਕਿ ਦੁਨੀਆ ਤੇ ਬਹੁਤ ਵੱਡੇ ਵੱਡੇ ਜੰਗਲ ਨੇ, ਜਿਨ੍ਹਾਂ 'ਚ ਵੱਡੇ ਵੱਡੇ ਬੋੜ, ਪਿੱਪਲ, ਦਰਖਤ ਨੇ, ਇਹਨਾਂ ਦਾ ਭਾਰ ਜ਼ਿਆਦਾ ਹੈ। ਜਿਨੇ ਪ੍ਰਸ਼ਨ ਕੀਤਾ ਸੀ ਕਹਿਣ ਲੱਗਾ ਨਹੀਂ, ਤੇਰਾ ਵੀ ਉੱਤਰ ਗਲਤ ਹੈ। ਕਹਿਣ ਲੱਗੇ ਤੂੰ ਦੱਸ। ਕਹਿੰਦਾ ਸੁਣਿਆ ਜੇ, ਕਹਿੰਦਾ ਸਭ ਤੋਂ ਜ਼ਿਆਦਾ ਭਾਰ ਉਸ ਚੀਜ਼ ਦਾ ਹੈ ਜਦੋਂ ਮਾਂ ਬਾਪ ਦੇ ਹੁੰਦਿਆਂ ਬੱਚੇ ਤੁਰ ਜਾਣ ਤੇ ਉਹਨਾਂ ਦੀ ਅਰਥੀ ਨੂੰ ਮੋਢੇ ਤੇ ਚੱਕ ਕੇ ਤੁਰਨਾ ਪਏ। ਕਹਿੰਦੇ ਸਾਰਿਆਂ ਤੋਂ ਜ਼ਿਆਦਾ ਭਾਰ ਉਹ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿਣ ਤੋਂ ਭਾਵ ਕਿ ਮਾਂ ਬਾਪ ਦੇ ਹੁੰਦਿਆਂ ਛੋਟੇ ਬੱਚਿਆਂ ਦਾ ਆਪਾਂ ਦੇਖਦੇ ਨਾ, ਬੱਚਿਆਂ ਨੂੰ ਕਿਵੇਂ ਪਾਲੀਦਾ, ਕਿਵੇਂ ਉਂਗਲੀਆਂ ਫੜ ਕੇ ਤੋਰਨਾ ਸਿਖਾਉਣੀਆਂ, ਕਿਵੇਂ ਪੜ੍ਹਾਉਣੀਆਂ, ਕਿਵੇਂ ਪਾਲਦੀਆਂ, ਕਿਵੇਂ ਇਹਨਾਂ ਦੇ ਵਿਆਹ ਕਰਦੀਆਂ।
ਤੇ ਇੱਕਦਮ ਬੱਚਿਆਂ ਦਾ ਚਲੇ ਜਾਣਾ, ਉਹ ਵੀ ਦੋਨੇ ਜਣੇ ਇਕੱਠੇ। ਸਤਿਗੁਰੂ ਜੀ ਆਪ ਕਿਰਪਾ ਕਰਿਆ ਜੀ, ਆਪ ਰਹਿਮਤ ਕਰਿਆ ਜੀ। ਸਤਿਕਾਰਯੋਗ ਭਗਤ ਮਿਲਖਾ ਸਿੰਘ ਜੀ ਮਹਾਂਪੁਰਖ ਉਹਨਾਂ ਵੱਲੋਂ ਭਾਈ ਨਿਰਵੈਰ ਸਿੰਘ ਜੀ ਅਤੇ ਹੋਰ ਗੁਰੂ ਦੇ ਸਿੱਖ ਤੋਂ ਪਹੁੰਚੇ ਹਨ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ। ਸਾਰੀ ਸੰਗਤ ਗੁਰੂ ਦੇ ਭਾਣੇ ਦੇ ਵਿੱਚ ਆਓ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਗੁਰਬਾਣੀ ਰਾਹੀਂ ਸਮਝਾਉਂਦੇ ਨੇ। ਨਦੀਆਂ ਵਹਾਵੇ ਸ਼ੂਨਿਆ ਮੇਲਾ ਸੰਜੋਗੀ ਰਾਮ, ਨਦੀਆਂ ਵਹਾਵੇ ਸ਼ੂਨਿਆ ਮੇਲਾ ਸੰਜੋਗੀ ਰਾਮ, ਨਦੀਆਂ ਵਹਾਵੇ ਸ਼ੂਨਿਆ ਮੇਲਾ ਸੰਜੋਗੀ ਰਾਮ, ਨਦੀਆਂ ਵਹਾਵੇ ਸ਼ੂਨਿਆ ਮੇਲਾ ਸੰਜੋਗੀ ਰਾਮ। ਨਦੀਆਂ ਵਹਾਵੇ ਸ਼ੂਨਿਆ ਮੇਲਾ ਸੰਜੋਗੀ ਰਾਮ, ਨਦੀਆਂ ਵਹਾਵੇ ਸ਼ੂਨਿਆ ਮੇਲਾ ਸੰਜੋਗੀ ਰਾਮ, 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 ਨਦੀਆਂ ਵਹਾਵੇ ਸ਼ੂਨਿਆ 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 ਮੇਲਾ ਸੰਜੋਗੀ ਰਾਮ। ਸਹਿਜ ਜਾਣ ਹਰ ਪਛਾਣ, ਸਤਿਗੁਰੂ ਜਿਨ ਚੇਤਿਆ, ਜੁਗ ਜੁਗ ਮੀਠਾ ਵਿਸ ਪਰੇ ਕੋ ਜਾਣੇ ਜੋਗੀ ਰਾਮ, ਜੁਗ ਜੁਗ ਮੀਠਾ ਵਿਸ ਪਰੇ ਕੋ ਜਾਣੇ ਜੋਗੀ ਰਾਮ, ਕੋ ਜਾਣੇ ਜੋਗੀ ਰਾਮ, ਕੋ ਜਾਣੇ ਜੋਗੀ ਰਾਮ, ਨਦੀਆਂ ਵਹਾਵੇ ਸ਼ੂਨਿਆ ਮੇਲਾ ਸੰਜੋਗੀ 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 ਰਾਮ।
ਸਹਿਜ ਜਾਣੈ ਹਰ ਪਛਾਣੈ ਸਤਿਗੁਰੂ ਜਿਨ ਚੇਤਿਆ ਤਿਨ ਨਾਮ ਹਰਿ ਕੇ ਪਰਮ ਪੂਲੇ ਪਰਚੈ ਮੁਕਤਿ ਅਚੇਤਿਆ ਤਿਨ ਨਾਮ ਹਰਿ ਕੇ ਪਰਮ ਪੂਲੇ ਪਰਚੈ ਮੁਕਤਿ ਅਚੇਤਿਆ ਤੋ ਜਾਣੈ ਜੋਗੀ ਰਾਮ ਤੋ ਜਾਣੈ ਜੋਗੀ ਰਾਮ ਨਦੀਆਂ ਵਹਾ ਵਿਸ਼ੁੰਨਿਆ ਮੇਲਾ ਸੰਜੋਗੀ ਰਾਮ ਨਦੀਆਂ ਵਾਹ ਵਿਸ਼ੁੰਨਿਆ ਮੇਲਾ ਸੰਜੋਗੀ ਰਾਮ ਨਦੀਆਂ ਵਾਹ ਵਿਸ਼ੁੰਨਿਆ ਮੇਲਾ ਸੰਜੋਗੀ ਰਾਮ ਨਦੀਆਂ ਵਾਹ ਵਿਸ਼ੁੰਨਿਆ ਮੇਲਾ ਸੰਜੋਗੀ ਰਾਮ 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 ਨਦੀਆਂ ਵਹਾ ਵਿਸ਼ੁੰਨਿਆ 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 ਮੇਲਾ ਸੰਜੋਗੀ ਰਾਮ ਹਰ ਨਾਮ ਭਗਤ ਨੰਦੈ ਸਾਚਾ ਸੀ ਅੰਤ ਤਾਹੀ ਰੁੰਨਿਆ ਹਰ ਨਾਮ ਭਗਤ ਨੰਦੈ ਸਾਚਾ ਸੀ ਅੰਤ ਤਾਹੀ ਰੁੰਨਿਆ ਸੱਚ ਕਹਿ ਨਾਨਕ ਸ਼ਬਦ ਸਾਚੈ ਮੇਲ ਚਿਰੀ ਵਿਸ਼ੁੰਨਿਆ ਸੱਚ ਕਹਿ ਨਾਨਕ ਸ਼ਬਦ ਸਾਚੈ ਮੇਲ ਚਿਰੀ ਵਿਸ਼ੁੰਨਿਆ ਓ ਜਾਣੈ ਜੋਗੀ ਰਾਮ ਓ ਜਾਣੈ ਜੋਗੀ ਰਾਮ ਓ ਜਾਣੈ ਜੋਗੀ ਰਾਮ ਓ ਜਾਣੈ ਜੋਗੀ ਰਾਮ ਨਦੀਆਂ ਵਹਾ ਵਿਸ਼ੁੰਨਿਆ
मीठा लागे मीठा लागे मीठा लागे तेरा किया तेरा किया। हर का नाम हृदय नित ध्याई, संगी साथी सजन तराई सजन तराई। तेरा किया मीठा लागे मीठा लागे मीठा लागे तेरा किया। गुर मेरे संग सदा है नाले, सिमर सिमर किस सदा संभाले सदा संभाले। तेरा किया मीठा लागे हर नानक दर नानक मांगे नानक मांगे। तेरा किया मीठा लागे मीठा लागे मीठा लागे तेरा किया तेरा किया तेरा किया मीठा लागे। गुरु की गुरबाणी के अंदर एक पंक्ति आउंदी है, राजा जनमेजा दे मती बरज ब्यास पढ़ाया तिन जग था ठारे की ये कीर्तना चले चलाए। कि उस जनमेजे राजे की साखी गुरु ग्रंथ साहब महाराज के अंदर साखात महाराज की बाणी ने लिखी। ब्यास लिखी ਉਹਦਾ गुरु सी। अज भी आप जिथे गुरु ग्रंथ साहब महाराज नूं मनदे हां ते माफ़ करिया जे किसी ना किसी महापुरख का भी नाल कोट आसरा जरूर लैने कि सानू किते सीधे रस्ते तोरे। एक सज्जन ने मेरे नाल विचार साझे कीते, कहंदे ज्ञानी जी जदों रब दी बाणी पढ़न वाला जां कोई महापुरख होवे उहदे अगे करी ना तुरिया जे। मैं कहा क्यों? कहंदे बिल्कुल नहीं, महापुरख दे कदी अगे नहीं तुरना, क्योंकि उन्होंने बाणी पढ़ पढ़ के ਉਹਦਾ जीवन सुधारिया है। उन्होंने दे नक्शे कदमां ते उन्होंने दे मगर चल के असीं भी ਉਹਦਾ जीवन सुधारना करिए। ਜਿਹੜੇ गुरु ਹੁੰਦੇ ने वो बड़े चेलियां नूं गुर दसदे ने। ते एक दिन ना ब्यास लिखी उन्हें महाभारत की गल शुरू करती भी वेखो सारा पता सी, दोवां धिरां नूं पता सी जंग लगेगा, बड़ा वड्डा नुकसान होवेगा। पता होंदियां सुनदियां भी जंग हो गया, पता सी भी जंग विच नुकसान होना है। पर एक शायर कहंदा बोली काज वगाड़िया सुन मूली पता है। ब्यास लिखी कहंदा भी एक निक्की जी बोली ने निक्की जी गल ने एडे वड्डे पुआड़े पाते कि सारियां कुल्लां ही खत्म करातियां। वो बोली किहड़ी सी? द्रोपता ने यह बचन कह दिता कि अन्ने दी औलाद अन्नी ते मर्द नूं ताना ते लक्कड़ नूं फाना चीर के रख दिंदा। उन्हां दा राज सी। जदों उन्हां नूं ताना वज्जिया भी अन्ने दी औलाद अन्नी ते इत्थों विवाद खड़ा हुंदा इत्थों तक कृष्ण भगवान भी विच पए। इत्थों तक भी कैरवां दे अगे तरला कीता भी एक पिंड ही पांडवां नूं दे दिओ सारा राज। साहब लोग कहंदा मैं सरसाई नहीं देनी। ते पाशा कहंदे कहां भयो दर बांधे हाथी खिन मैं भई पर आए। जेड़े कहंदे सी सरसाई नहीं देनी ते सारा राज भाग सारी कुल खत्म हो गई। एक निक्की जी बोली बदले ते जिवें अपने अंदर ये विचार चलदी है जी जे मैनू पता लग जांदा जां उहनूं पता लग जांदा सी आ ना होण देंदे। हुण ये बिरज जिहड़ा ब्यास है राजे जनमेजे नूं ये गल दसदा पिया भी हमेशा मूँह ते कंट्रोल करके बोलना चाहिए ते सोचना चाहिए। उन्हां नूं पता भी सी ते जंग हो गया।
ਜਨਮੇਜਾ ਕਹਿੰਦਾ ਹੈ ਤਾਂ ਤੁਸੀਂ ਮੇਰੇ ਗੁਰੂ ਜੇ, ਪਰ ਗੁਰੂ ਜੀ ਇਹ ਵੀ ਕਿਤੇ ਲਿਖਿਆ ਵੀ ਪਤਾ ਹੋਵੇ ਤੇ ਫਿਰ ਵੀ ਜੰਗ ਹੋ ਜਾਵੇ। ਪਤਾ ਹੋਵੇ ਬੰਦੇ ਨੂੰ ਵੀ ਮੈਂ ਇਸ ਮੋੜ ਤੇ ਜਾਵਾਂਗਾ, ਮੇਰੀ ਮੌਤ ਹੋ ਜਾਏਗੀ, ਤੇ ਬੰਦਾ ਉਧਰ ਕਿਵੇਂ ਚਲਾ ਜਾਏਗਾ। ਬਿਰਜ ਵਿਆਸ ਨੇ ਆਖਿਆ ਜਨਮੇਜਾ ਉਹ ਪ੍ਰਮਾਤਮਾ ਬੜਾ ਬੇਅੰਤੀ, ਇਹ ਹੋਣੀ ਬੜੀ ਬਲਵਾਨ ਹੈ, ਇਹ ਬੰਦੇ ਨੂੰ ਘੇਰ ਕੇ ਉੱਥੇ ਲੈ ਜਾਂਦੀ ਹੈ ਜਿੱਥੇ ਉਹਦਾ ਭੋਏ ਮੰਡਲਾ ਬਣਨਾ ਹੁੰਦਾ। ਕਈ ਵਾਰੀ ਉਹ ਸੁਪਨਾ ਵੀ ਨਹੀਂ ਲਿਆ ਹੁੰਦਾ। ਇੱਥੋਂ ਆਪਣੇ ਸੁੱਖੀ ਸੰਦੀ ਕਈ ਵਾਰੀ ਹਜ਼ੂਰ ਸਾਹਿਬ ਜਾਂਦੇ ਨੇ, ਉੱਥੇ ਜਾ ਕੇ ਕਈ ਹਜ਼ੂਰ ਸਾਹਿਬ ਚਲਾਣਾ ਕਰ ਜਾਂਦੇ। ਜੇ ਪਤਾ ਹੋਵੇ ਵੀ ਉੱਥੇ ਜਾ ਕੇ ਮੌਤ ਹੋ ਜਾਣੀ ਤੇ ਕਾਹਨੂੰ ਜਾਵੇ, ਪਰ ਉਹ ਮੌਤ ਲੈ ਜਾਂਦੀ ਖਿੱਚ ਕੇ। ਰਾਜਾ ਜਨਮੇਜਾ ਕਹਿੰਦਾ ਗੁਰੂ ਜੀ ਮੈਨੂੰ ਦੱਸੋ ਮੇਰੀ ਮੌਤ ਕਿਵੇਂ ਹੋਣੀ ਹੈ, ਤੇ ਮੈਂ ਮੌਤ ਵਾਲੇ ਰਾਹ ਹੀ ਨਹੀਂ ਜਾਵਾਂਗਾ। ਕਦੀ ਵੀ ਕਹਿੰਦੇ ਨੇ ਮਹਾਂਪੁਰਖਾਂ ਦੇ ਅੱਗੇ ਵਿਵਾਦ ਵਾਲੀ ਗੱਲ ਨਹੀਂ ਕਰਨੀ ਚਾਹੀਦੀ। ਉਹਨੇ ਹਲਾ ਸੁਣ ਫਿਰ ਹੁਣ ਤੇਰੀ ਮੌਤ, ਜਿਵੇਂ ਤੇਰੀ ਮੌਤ ਹੋਣੀ ਹੈ ਮੈਂ ਤੈਨੂੰ ਨਕਸ਼ਾ ਬਣਾ ਦੇਣਾ, ਕਾਪੀ ਤੇ ਲਿਖਣਾ ਤੇ ਲਿਖ ਲੈ, ਰਿਕਾਰਡਿੰਗ ਕਰਨੀ ਤੇ ਰਿਕਾਰਡਿੰਗ ਕਰ ਲੈ, ਤੇਰੀ ਇਸ ਤਰੀਕੇ ਨਾਲ ਮੌਤ ਹੋਣੀ ਉਹ ਤੇ ਜਾ ਤੂੰ ਬਚ ਨਹੀਂ ਸਕਦਾ। ਉਹਨੇ ਇਹ ਦੱਸੋ। ਰਾਜਾ ਜਨਮੇਜਾ ਨੂੰ ਗੁਰੂ ਗ੍ਰੰਥ ਸਾਹਿਬ ਦੀ ਪੁੱਤਰ ਬਾਣੀ ਦੇ ਵਿੱਚ ਰਿਸ਼ੀ ਕਹਿੰਦੇ ਨੇ, ਰਿਸ਼ੀ ਸਾਹਿਬ ਉਹਨੂੰ ਦੱਸਦੇ ਨੇ, ਕਹਿੰਦੇ ਵੀ ਰਾਜਨ ਤੂੰ ਜੰਗਲ ਨੂੰ ਜਾਏਗਾ, ਜੰਗਲ ਦੇ ਵਿੱਚ ਸ਼ਿਕਾਰ ਕਰਦਿਆਂ ਤੈਨੂੰ ਜੰਗਲ ਦੇ ਵਿੱਚੋਂ ਇੱਕ ਹਸੀਨ ਔਰਤ ਮਿਲ ਪਵੇਗੀ, ਤੂੰ ਲਾਲਚੀ ਮਨ ਦੇ ਕਰਕੇ ਉਹਨੂੰ ਆਪਣੇ ਮਹਿਲਾਂ 'ਚ ਲੈ ਆਵੇਂਗਾ, ਉਹਦੇ ਨਾਲ ਉਹਦਾ ਤੂੰ ਸਵੰਬਰ ਰਚੇਗਾ, ਨਿਕਾਹ ਪੜ੍ਹਿਆ ਜਾਵੇਗਾ। ਜਿੱਦਣ ਉਹ ਸਾਰਾ ਕਾਰਜ ਹੋ ਜਾਵੇਗਾ ਨਾ, ਉਸ ਦਿਨ ਤੂੰ ਪਾਲਟੀ ਕਰੇਗਾ, ਤੇ ਪਾਲਟੀ ਵਾਸਤੇ ਜਦੋਂ ਉਹ ਸਵੰਬਰ ਰਚਿਆ ਜਾਏਗਾ, ਸਵੰਬਰ ਦੇ ਵਿੱਚ ਰਾਜਾ ਜਨਮੇਜਾ ਤੇਰਾ ਤੇ ਤੇਰੀ ਰਾਣੀ ਦਾ ਜਿਹੜਾ ਤਖਤ ਹੈ ਉੱਚਾ ਲੱਗੇਗਾ, ਤੇ ਪੰਡਤ ਸਾਰੇ ਤੂੰ ਭੋਜਨ ਵਾਸਤੇ ਸੱਦੇ ਹੋਣਗੇ, ਜਿੰਨੇ ਪੰਡਾਲ 'ਚ ਬੈਠੇ ਹੋਣਗੇ ਸਾਰੇ ਬ੍ਰਾਹਮਣਾਂ ਦੇ ਪੁੱਤਰ ਆਉਣਗੇ, ਰਾਜਾ ਬ੍ਰਾਹਮਣ ਸੀ, ਸਾਰੇ ਬ੍ਰਹਮ ਭੋਜ ਹੋਣਗੇ। ਕੁਦਰਤ ਇੱਕ ਭਾਣਾ ਵਰਤੇਗੀ ਕਿ ਜਿਹੜੀ ਤੇਰੀ ਨਵ ਵਿਆਹੀ ਰਾਣੀ ਹੈ ਨਾ, ਹਵਾ ਦਾ ਬੜਾ ਬੁੱਲਾ ਤੇਜ਼ ਆਵੇਗਾ ਤੇ ਉਹਦੇ ਮੂੰਹ ਤੋਂ ਉਹਦਾ ਜਿਹੜਾ ਘੁੰਡ ਚੁੱਕਿਆ ਜਾਵੇਗਾ। ਉਹ ਘੁੰਡ ਚੁੱਕਣ ਦੇ ਕਾਰਨ ਜਿਹੜੇ ਪੰਡਾਲ 'ਚ ਬੈਠੇ ਮੁੰਡੇ ਉਹ ਤਾੜੀ ਮਾਰ ਦੇਣਗੇ, ਤੂੰ ਉੱਥੇ ਲਾਠੀ ਚਾਰਜ ਕਰਾ ਦੇਗਾ। ਜਦੋਂ ਤੂੰ ਲਾਠੀ ਚਾਰਜ ਕਰਾਵੇਂਗਾ ਤੇ ਤੇਰੀ ਲਾਠੀ ਚਾਰਜ ਦੇ ਨਾਲ ਕਈ ਬ੍ਰਾਹਮਣਾਂ ਦੇ ਮੁੰਡੇ ਮਰ ਜਾਣਗੇ, ਤੈਨੂੰ ਲੱਗ ਜਾਏਗੀ ਬ੍ਰਾਹਮਣ ਹੱਤਿਆ। ਇਹ ਗਊ ਹੱਤਿਆ, ਬ੍ਰਹਮ ਹੱਤਿਆ ਇਹ ਬੜੀ ਮਾੜੀ ਹੈ, ਤੈਨੂੰ ਬ੍ਰਹਮ ਹੱਤਿਆ ਲੱਗ ਜਾਏਗੀ। ਉਹ ਬ੍ਰਹਮ ਹੱਤਿਆ ਦਾ ਕਾਰਨ ਇਹ ਬਣੇਗਾ ਵੀ ਤੇਰੇ ਸਾਰੇ ਸਰੀਰ ਤੇ ਕੋਹੜ ਹੋ ਜਾਏਗਾ। ਤੇ ਜਿਹੜੀ ਗੱਲ ਮੈਂ ਤੈਨੂੰ ਹੁਣ ਵੇਖ, ਤੈਨੂੰ ਇਲਾਜ ਵੀ ਦੱਸ ਦੇਣਾ ਵੀ ਇਹਦੀ ਬਿਮਾਰੀ ਦਾ ਦਵਾਈ ਕਿਹੜੀ ਹੈ, ਲੈ ਤੇਰੇ ਤੋਂ ਦਵਾਈ ਨਹੀਂ ਕੀਤੀ ਜਾਣੀ, ਆ ਕੁਝ ਹੋਵੇਗਾ, ਤੈਨੂੰ ਕੋਹੜ ਹੋ ਜਾਏਗਾ। ਫਿਰ ਤੂੰ ਕਿਸੇ ਮਹਾਂਪੁਰਖ ਨੂੰ ਪੁੱਛੇਗਾ ਤੇ ਉਹ ਮਹਾਂਪੁਰਖ ਤੈਨੂੰ ਕਹੇਗਾ ਵੀ ਸਾਰੀ ਮਹਾਂਭਾਰਤ ਦੀ ਕਥਾ ਸੁਣ, ਤੇ ਤੂੰ ਧਿਆਨ ਲਾ ਕੇ ਕਥਾ ਸੁਣੇਗਾ। ਜਦੋਂ ਤੂੰ ਕਥਾ ਸੁਣਦਾ ਆਵੇਂਗਾ, ਤੇਰਾ ਪੈਰਾਂ ਤੋਂ ਲੈ ਕੇ ਜਿਹੜਾ ਕੋਹੜ ਹੈ ਉਹ ਠੀਕ ਹੋਣਾ ਸ਼ੁਰੂ ਹੋ ਜਾਏਗਾ। ਜਿਵੇਂ ਜਿਵੇਂ ਕਥਾ ਹੋਵੇਗੀ ਉਵੇਂ ਉਵੇਂ ਕੋਹੜ ਠੀਕ ਹੁੰਦਾ ਜਾਏਗਾ, ਪਰ ਅਖੀਰ ਗੱਲ ਤੇਰੇ ਇਕੱਲੇ ਨੱਕ ਤੇ ਕੋਹੜ ਰਹਿ ਜਾਏਗਾ, ਬਾਕੀ ਸਾਰਾ ਸਰੀਰ ਠੀਕ ਹੋ ਜਾਏਗਾ। ਇੰਨੇ ਚਿਰ ਨੂੰ ਇਹ ਸਾਖੀ ਆ ਜਾਵੇਗੀ ਕਿ ਕੈਰਵਾਂ ਪਾਂਡਵਾਂ ਦੇ ਉਹ ਕੁਸ਼ੇਤਰ ਦੇ ਮੈਦਾਨ ਦੇ ਵਿੱਚ ਜਦੋਂ ਜੰਗ ਹੋਇਆ ਤੇ ਭੀਮ ਸੈਨ ਵਰਗਿਆਂ ਨੇ ਹਾਥੀ ਚੁੱਕ ਕੇ ਆਕਾਸ਼ ਨੂੰ ਸੁੱਟ ਦਿੱਤੇ, ਉਹ ਅਜੇ ਤੱਕ ਥੱਲੇ ਨਹੀਂ ਡਿੱਗੇ, ਉਹਨਾਂ ਦੇ ਕੁਰੰਗ ਉੱਥੇ ਉੱਡੇ ਫਿਰਦੇ ਨੇ। ਜਦੋਂ ਆਹ ਕਥਾ ਆਵੇਗੀ ਨਾ ਤੇ ਤੂੰ ਕਹੇਂਗਾ ਇਹ ਪੰਡਤ ਝੂਠ ਮਾਰਦਾ, ਭਲਾ ਹਾਥੀ ਨੂੰ ਵੀ ਬੰਦਾ ਚੁੱਕ ਸਕਦਾ। ਇੱਥੇ ਕਿਰਨਾ ਹੋ ਜਾਵੇਗੀ, ਗੁਰੂ ਤੇ ਤਰਕ ਹੋ ਜਾਵੇਗੀ, ਤੇਰਾ ਕੋੜ ਉੱਥੇ ਰੁਕ ਜਾਵੇਗਾ ਤੇ ਨੱਕ ਦੇ ਕੋੜ ਨਾਲ ਮਰੇਗਾ। ਲੈ ਜ਼ੋਰ ਲਾ ਲੈ, ਮੈਂ ਸਾਰਾ ਰਾਹ ਤੈਨੂੰ ਦੱਸ ਦਿੱਤਾ ਏ, ਜੇ 1 ਇੰਚ ਵੀ ਪਾਸੇ ਹੋਵਾਂਗਾ ਤੇ ਮੈਨੂੰ ਫੜ ਲਵੀਂ, ਲੈ ਆ ਕੁਝ ਹੋਣਾ ਹੈ। ਰਾਜੇ ਨੇ ਆਖਿਆ ਗੁਰੂ ਜੀ ਤੁਸੀਂ ਮੈਨੂੰ ਦੱਸ ਦਿੱਤਾ, ਪਹਿਲਾ ਨੰਬਰ ਤਾਂ ਮੈਂ ਜੰਗਲ 'ਚ ਸ਼ਿਕਾਰ, ਉਹ ਜੰਗਲ 'ਚ ਹੀ ਨਹੀਂ ਜਾਂਦਾ, ਤੇ ਜੇ ਜੰਗਲ 'ਚ ਚਲਿਆ ਗਿਆ ਤੇ ਔਰਤ ਨਹੀਂ ਲਿਆਉਂਦਾ, ਤੇ ਜੇ ਔਰਤ ਲੈ ਆਂਦੀ ਤੇ ਪਰਦੇ ਨਾਲ ਪਾਰਟੀ ਕਰ ਲਾਂਗਾ। ਅਗਰ ਜੇ ਸਾਰਾ ਕੁਝ ਹੋ ਵੀ ਗਿਆ ਤੇ ਮੈਂ ਬ੍ਰਾਹਮਣਾਂ ਤੇ ਲਾਠੀ ਚਾਰਜ ਨਹੀਂ ਕਰਵਾਵਾਂਗਾ, ਤੇ ਜੇ ਮੈਂ ਬ੍ਰਾਹਮਣਾਂ ਤੇ ਲਾਠੀ ਚਾਰਜ ਕਰਵਾ ਵੀ ਲਿਆ ਤੇ ਫਿਰ ਮੈਂ ਕਦੀ ਵੀ ਕਥਾ ਕਰਨ ਵਾਲੇ ਦੇ ਉੱਤੇ ਕਿੰਤੂ ਪ੍ਰਿੰਤੂ ਨਹੀਂ ਕਰਾਂਗਾ। ਰਾਜੇ ਜਨਮੇਜੇ ਨੂੰ ਦੇਮਤੀ ਬਿਰਜ ਵਿਆਸ ਪੜਾਇਆ ਰਿਸ਼ੀ ਨੇ, ਪੂਰਨ ਕਮਾਈ ਵਾਲਾ ਸਾਧੂ ਨੇ ਹਲੇ ਬੇਲੀਆ ਸੀਸਾ ਹੀ, ਆ ਤੇਰੀ मोबाइल चलनी, आ तेरी फिल्म ही, आ तेरी मौत ही। राम कली महला तीजा आनंद को ओंकार सतगुर प्रसाद, आनंद पया मेरी माए
ਸਤਿਗੁਰੂ ਮੈਂ ਪਾਇਆ ਗੁਰ ਤਾ ਪਾਇਆ ਸਹਿਜ ਸਿਧੀ ਮਨ ਵਜੀਆਂ ਵਗਾਇਆ ਦਾਗਰ ਤਨ ਪਰਵਾਰ ਪਰਨਾ ਸ਼ਬਦ ਗਾਵਨ ਆਇਆ ਸਬਦੋ ਤੰਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆਖੂ ਸਦਾ ਰਹੋ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾ ਸਮਰੱਥ ਸੁਆਮੀ ਸੋ ਕਿਉ ਮਨੁ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੀ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਦਿਨ ਭੁੱਖਾ ਸਭ ਗਵਾਇਆ ਅਸ਼ਾਂਤ ਸੁਖ ਮਨ ਆਏ ਵਸਿਆ ਦਿਨ ਇੱਛਾ ਸਭ ਜਾਇਆ ਸਦਾ ਕੁਰਬਾਨ ਕੀਤਾ ਗੁਰਟ ਹੋ ਜਿਸ ਦੀਆਂ ਵਡਿਆਈਆਂ ਹੈ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਦਦਕਾਰ ਸਪਾਗੈ ਪਾਰਸ ਬਾਗੈ ਸ਼ਬਦ ਵਾਜੇ ਕਲਾ ਜਿਤ ਕਰਤਾਰਿਆ ਪੰਜ ਦੂਤ ਤੁਧ ਵਾਸ ਕੀਤੇ ਕਾਲ ਕੰਟ ਕੁਮਾਰਿਆ ਕਰਮ ਪਾਇਆ ਤੁਧ ਦਿਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰਿ ਅਨਹਦ ਵਾਜੇ ਆਨੰਦ ਸੁਨੋ ਵਡ ਪਾਤਿਓ ਸਗਲ ਮਨੋਰਥ ਪੂਰੇ ਆਰ ਬ੍ਰਹਮ ਬ੍ਰਹਮ ਪਾਇਆ ਉਤਰੇ ਸਗਲ ਵਿਸੂਰੇ ਲੋਕ ਸੰਤਾਪ ਲੋਕੀ ਸੁਣੀ ਸਤੀ ਬਾਣੀ ਸੰਤ ਸਾਜਨ ਪਈ ਸਰਸੇ ਪੂਰੇ ਗੁਰ ਤੇ ਜਾਣੀ ਸੁਨਤੇ ਪੁਨੀਤ ਕਹਤੇ ਪਰਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਾਰਨ ਲਾਗੇ ਵਾਜੇ ਅਨਹਦ ਤੂੰ ਸਲੋ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹੱਥ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਜਗਿਆਈਆਂ ਬੁਰਿਆਈਆਂ ਵਾਚੈ ਧਰਮ ਦੂਰ ਕਰਮੀਆਂ ਕੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾ ਨਾਨਕ ਤੇ ਮੁਗੇ ਉਜਲੀ ਕੀਤੀ ਛੁੱਟੀ ਨਾ ਨਾਮ ਤੇ ਆਇਆ ਗਏ ਮਸਕਤ ਕਾ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰਗੋਬਿੰਦਨੋ ਸਿਮਰੋ ਸ੍ਰੀ ਹਰਿ ਸ੍ਰੀ ਹਰਿਕ੍ਰਿਸ਼ਨ ਧਿਆਈਏ ਜਿ ਡਿਠੇ ਸਾਧੂ ਜਾਏ ਤੇਗ ਬਹਾਦਰ ਸਿਮਰਿਏ ਕਰ ਨੌ ਨਿਦਿਤ ਆਵੇ ਧਾਏ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਈ ਹੋਏ ਸਹਾਏ ਸਭ ਥਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨਦਾਰਿਆਂ ਦਾ ਧਿਆਨ ਧਰ ਬੋਲਣਾ ਜੀ ਸਿਰੇ ਵਾਹਿਗੁਰੂ 10 ਪਾਤਸ਼ਾਹੀਆਂ 5 ਪਿਆਰੇ 4 ਸਾਹਿਬਜ਼ਾਦੇ 40 ਮੁਕਤੇ ਹੱਠੀਆਂ ਜੱਪੀਆਂ ਤਪੀਆਂ ਜਿਨ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਸੋਣਾ ਡਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਸਿਦਕਵਾਨਾਂ ਦੀ ਪੁੱਤਰ ਕਮਾਈ ਦਾ ਧਿਆਨ ਧਰ ਬੋਲਣਾ ਜੀ ਸਿਰੇ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਨਿਸ਼ਾਨਾਂ ਬੁੰਗਿਆਂ ਝੰਡਿਆਂ ਸਰੋਵਰਾਂ ਦੀ ਪੁੱਤਰ ਕਮਾਈ ਦਾ ਧਿਆਨ ਧਰ ਬੋਲਣਾ ਜੀ ਸਿਰੇ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਤਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਵਾਏ ਆਪ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਿਨਾਂ ਪਿਆਰਿਆਂ ਸਚਿਆਰਿਆਂ ਸਿਦਕਵਾਨਾਂ ਦੀ ਪੁੱਤਰ ਕਮਾਈ ਦਾ ਧਿਆਨ ਧਰ ਬੋਲਣਾ ਜੀ ਸਿਰੇ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਨਾਮ ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਾ ਖਾਲਸਾ ਜੀ ਸਾਹਿਬ ਤਹਾਂ ਤਾ ਰਸਿਆ ਰਿਆ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਸਾਹਿਬ ਜੀ ਕੇ ਬੋਲ ਬਾਲੇ ਬੋਲਣਾ ਜੀ ਸਿਰੇ ਵਾਹਿਗੁਰੂ ਸਾਹਿਬ ਜੀ ਆਪ ਜੀ ਦਾ ਪਾਵਨ ਫਰਮਾਨ ਹੈ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਏ ਘੱਲੇ ਆਵੈ ਨਾਨਕਾ ਸੱਦੇ ਉੱਠੀ ਜਾਏ ਦੇ ਮਾਂ ਵਾਕਾਂ ਅਨੁਸਾਰ ਸਤਿਗੁਰੂ ਜੀ ਆਪ ਜੀ ਦੇ ਦਰ ਕਰਦੇ ਸੇਵਕ ਸਤਿਕਾਰਯੋਗ ਭਾਈ ਸਾਹਿਬ ਭਾਈ ਕਾਬਲ ਸਿੰਘ ਜੀ ਸਤਿਕਾਰਯੋਗ ਭਾਈ ਸਾਹਿਬ ਭਾਈ ਬਖਸ਼ੀਸ਼ ਸਿੰਘ ਜੀ ਸਤਿਗੁਰੂ ਆਪ ਤੋਂ ਜਿੰਨੀ ਕੁ ਸਵਾਸਾਂ ਦੀ ਪੂੰਜੀ ਲੈ ਕਰਕੇ ਸੰਸਾਰ ਵਿੱਚ ਆਏ ਸੀ ਆਪ ਜੀ ਦਾ ਸੱਦ ਪਹੁੰਚਦਿਆਂ
ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਮਹਾਰਾਜ ਉਹਨਾਂ ਦੀ ਰੂਹ ਦੀ ਸ਼ਾਂਤੀ ਵਾਸਤੇ ਅੰਮ੍ਰਿਤ ਵੇਲੇ ਇੱਕ ਸਹਿਜ ਪਾਠ ਅਤੇ ਇੱਕ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਨੇ। ਭੋਗਾਂ ਤੋਂ ਉਪਰੰਤ ਮਹਾਰਾਜ ਧੰਨ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਆਪ ਜੀ ਦਾ ਫਰਮਾਨ ਹੈ, ਮਤ ਮੈਂ ਪਿੱਛੇ ਕੋਈ ਰੋਵਸੀ ਸੋ ਮੈਂ ਮੂਲ ਨਾ ਭਾਵੈ, ਕੇਸੋ ਗੋਪਾਲ ਪੰਡਤ ਸੱਦਿਓ ਹਰ ਹਰ ਕਥਾ ਪੜ੍ਹੇ ਪੁਰਾਣ ਜੀਓ। ਧੰਨ ਧੰਨ ਗੁਰੂ ਰਾਮਦਾਸ ਜੀ ਆਪ ਦੇ ਦਰ ਤੋਂ ਬਖਸ਼ਿਆ ਹੋਇਆ ਰਾਗੀ ਜਥਾ, ਉਹਨਾਂ ਦੇ ਵੱਲੋਂ ਦਾਸਾਂ ਵੱਲੋਂ ਕਥਾ ਕੀਰਤਨ ਵਿਚਾਰਾਂ ਹੋਈਆਂ ਨੇ। ਸੱਚੇ ਪਾਤਸ਼ਾਹ ਇਹ ਸਾਰੀ ਸੇਵਾ ਦਾ ਫਲ ਭਾਵ ਉਹਨਾਂ ਵਿਛੜੀਆਂ ਰੂਹਾਂ ਨੂੰ ਬਖਸ਼ ਕੇ ਉਹਦੇ ਚਰਨਾਂ 'ਚ ਨਿਵਾਸ ਬਖਸ਼ਣਾ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਸਾਧ ਸੰਗਤਾਂ ਵਾਸਤੇ ਆਪ ਜੀ ਦੇ ਹਜ਼ੂਰ ਪਾਤਸ਼ਾਹ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਸੱਜ ਕੇ ਹਾਜ਼ਰ ਹੋਈਆਂ ਨੇ। ਮਹਾਰਾਜ ਭੋਗ ਲਾਓ, ਆਪ ਜੀ ਦਾ ਲੱਗਿਆ ਭੋਗ ਪ੍ਰਸ਼ਾਦ ਸੰਗਤਾਂ ਵਿੱਚ ਵਰਤੇ, ਜੋ ਜੀ ਛਕੇ ਸੋ ਆਪ ਜੀ ਦਾ ਇਨਾਮ ਜਪੇ, ਕਲਾ ਵਾਹਿਗੁਰੂ ਜੀ ਕੀ ਵਰਤੇ। ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਸੋਹਣੇ ਰਮਾਲੇ ਹਾਜ਼ਰ ਕੀਤੇ ਨੇ, ਪ੍ਰਵਾਨ ਕਰਨੇ ਸੇਵਕਾਂ ਦੇ ਵੱਲੋਂ ਵਿਛੜੀਆਂ ਰੂਹਾਂ ਦੇ ਪਰਥਾਏ। ਸਤਿਗੁਰੂ ਜੀ ਬਰਤਨ ਬਸਤਰ ਜੋੜਾ ਜੋ ਵੀ ਚੱਲਦੀ ਮਰਿਆਦਾ ਅਨੁਸਾਰ ਸੇਵਾ ਕੀਤੀ ਹੈ। ਸਤਿਗੁਰੂ ਜੀ ਫੇਰ ਵੀ ਅਸੀਂ ਔਗਣਹਾਰ ਹਾਂ ਮਹਾਰਾਜ, ਤੁਸੀਂ ਬਖਸ਼ੰਦ ਪਿਤਾ ਜੀ, ਅਸੀਂ ਖਿਣ ਖਿਣ ਭੁੱਲਣ ਹਾਰ ਹਾਂ। ਸਤਿਗੁਰੂ ਜੀ ਸਾਡੀਆਂ ਭੁੱਲਾਂ ਨੂੰ ਨਾ ਚਤਾਰਿਆ ਜੇ ਮਹਾਰਾਜ, ਸਾਡਾ ਗਰੀਬਾਂ ਦਾ ਤਰਲਾ ਆਪਦੇ ਚਰਨਾਂ 'ਚ ਵਾਹਿਗੁਰੂ ਪ੍ਰਵਾਨ ਕਰਿਆ ਜੇ। ਆਪ ਦੇ ਦਰ ਘਰ ਦੀ ਭਾਈ ਕਾਬਲ ਸਿੰਘ ਹੋਣਾ ਨੇ ਦਿਲੋਂ ਹੋ ਕੇ ਸੇਵਾ ਕੀਤੀ, ਬਖਸ਼ੀਸ਼ ਹੋਣਾ ਨੇ ਪਾਤਸ਼ਾਹ ਜੀ ਆਪ ਉਹਨਾਂ ਤੇ ਕਿਰਪਾ ਕਰਕੇ ਉਹਨਾਂ ਦੀਆਂ ਰੂਹਾਂ ਨੂੰ ਉਹਦੇ ਚਰਨਾਂ 'ਚ ਨਿਵਾਸ ਬਖਸ਼ਿਆ ਜੇ ਮਹਾਰਾਜ। ਉਹਨਾਂ ਦੇ ਬੱਚਿਆਂ ਵਿੱਚ ਏਕਤਾ ਰੱਖਿਆ ਜੇ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਆ ਜੇ। ਇਸੇ ਤਰ੍ਹਾਂ ਆਉਣ ਵਾਲੇ ਸਮੇਂ 'ਚ ਪਰਿਵਾਰ ਦਾ ਸੰਗਤਾਂ ਨਾਲ ਪਿਆਰ ਮੁਹੱਬਤ ਬਣਾਈ ਰੱਖਣਾ ਪਾਤਸ਼ਾਹ। ਦਾਸਾਂ ਦੇ ਕੋਲੋਂ ਰਾਗੀ ਸਿੰਘਾਂ ਦੇ ਕੋਲੋਂ ਬਾਣੀ ਪੜ੍ਹਦਿਆਂ ਅਨੇਕ ਭੁੱਲਾਂ ਹੋਈਆਂ ਹੋਣਗੀਆਂ, ਬੱਚੇ ਜਾਣ ਕੇ ਮਾफ़ ਕਰ ਲੈਣਾ। ਸੰਗਤਾਂ ਵੱਲੋਂ ਤਿਲ ਫੁੱਲ ਆਇਆ ਪ੍ਰਵਾਨ ਕਰਨਾ, ਹੁਕਮਨਾਮੇ ਸ਼ਰਵਣ ਕਰਾਓ। ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਤੀਜਾ। ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ, ਆਪਣੇ ਭਾਣੇ ਜੋ ਚੱਲੈ ਭਾਈ, ਵਿਛੜ ਚੋਟਾਂ ਖਾਵੈ। ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ, ਆਪਣੇ ਭਾਣੇ ਜੋ ਚੱਲੈ ਭਾਈ, ਵਿਛੜ ਚੋਟਾਂ ਖਾਵੈ। ਬਿਨ ਸਤਿਗੁਰ ਸੁਖ ਕਦੇ ਨ ਪਾਵੈ ਭਾਈ, ਫਿਰ ਫਿਰ ਪਛੋਤਾਵੈ। ਹਰ ਕੇ ਦਾਸ ਸੁਹੇਲੇ ਭਾਈ, ਜਨਮ ਜਨਮ ਕੇ ਕਿਲ ਵਿਖ ਦੁਖ ਕਾਟੇ, ਆਪੇ ਮੇਲ ਮਿਲਾਈ ਰਹਾਓ। ਇਹੋ ਕੁਟੰਬ ਸਭ ਜੀ ਕੇ ਬੰਧਨ ਭਾਈ, ਭਰਮ ਭੁੱਲਾ ਸੰਸਾਰਾ। ਬਿਨ ਗੁਰ ਬੰਧਨ ਟੂਟੈ ਨਾਹੀ, ਗੁਰਮੁਖ ਮੋਖ ਦੁਆਰਾ। ਕਰਮ ਕਰੇ ਗੁਰ ਸ਼ਬਦ ਨਾ ਪਛਾਣ ਹੈ, ਮਰ ਜਮਹਿ ਵਾਰੋ ਵਾਰਾ। ਹਉ ਮੇਰਾ ਜਗ ਪਲਚ ਰਹਿਆ ਭਾਈ, ਕੋਏ ਨ ਕਿਸਹੀ ਕੇਰਾ। ਗੁਰਮੁਖ ਮਹਿਲ ਪਾਇਣ ਗੁਣ ਗਾਵਣ, ਨਿਜ ਘਰ ਹੋਏ ਬਸੇਰਾ। ਐਥੇ ਬੂਝੇ ਸੋ ਆਪ ਪਛਾਣੈ,
ਹਰ ਪ੍ਰਭ ਹੈ ਤਿਸ ਕੇਰਾ ਸਤਿਗੁਰੂ ਸਦਾ ਦਇਆਲ ਹੈ ਭਾਈ ਵਿਣ ਭਾਗਾਂ ਕਿਆ ਪਾਈਐ ਏਕ ਨਦਰ ਕਰ ਵੇਖੈ ਸਭ ਉਪਰ ਜਿਹਾ ਭਾਉ ਤਿਹਾ ਫਲ ਪਾਈਐ ਨਾਨਕ ਨਾਮ ਵਸੈ ਮਨ ਅੰਤਰ ਵਿਚਹੁ ਆਪ ਗਵਾਈਐ ਸਤਿਗੁਰੂ ਸਦਾ ਦਇਆਲ ਹੈ ਭਾਈ ਵਿਣ ਭਾਗਾਂ ਕਿਆ ਪਾਈਐ ਏਕ ਨਦਰ ਕਰ ਵੇਖੈ ਸਭ ਉਪਰ ਜਿਹਾ ਭਾਉ ਤਿਹਾ ਫਲ ਪਾਈਐ ਨਾਨਕ ਨਾਮ ਵਸੈ ਮਨ ਅੰਤਰ ਵਿਚਹੁ ਆਪ ਗਵਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਮੇਰੇ ਵੀਰ ਕਾਬਲ ਸਿੰਘ ਬਖਸ਼ੀਸ਼ ਸਿੰਘ ਜੋ ਅੱਜ ਸਾਡੇ ਵਿੱਚ ਨਹੀਂ ਹੈ, ਉਹਨਾਂ ਦੀ ਅੰਤਮ ਅਰਦਾਸ 'ਚ ਸ਼ਾਮਲ ਹੋਣ ਆਏ ਅਤੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਜਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਚ ਸਜੀ ਸਾਧ ਸੰਗਤ ਜੀਓ, ਗੁਰੂ ਦੀ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਸਿੱਧੂ ਪਰਿਵਾਰ ਤੇ ਸਾਡੇ ਅੰਕਲ ਸਰਦਾਰ ਮਹਿੰਦਰ ਸਿੰਘ ਜੀ ਦੇ ਪਰਿਵਾਰ ਤੇ ਜੋ ਦੁੱਖਾਂ ਦੀ ਝੜੀ ਲੱਗੀ ਹੈ, ਜਿਹਦੇ ਦੁੱਖ ਵੰਡਾਉਣ ਤੁਸੀਂ ਦੂਰੋਂ ਨੇੜੋਂ ਚੱਲ ਕੇ ਆਏ ਹੋ। ਆਪ ਜੀ ਜਾਣਦੇ ਹੋ ਕਿ ਬਾਪੂ ਜੀ ਦੇ ਦੋਨੋਂ ਸੁਪੁੱਤਰ ਸਰਦਾਰ ਕਾਬਲ ਸਿੰਘ, ਜਿਨ੍ਹਾਂ ਦਾ ਜਨਮ 1 ਜਨਵਰੀ 1975 ਅਤੇ ਬਖਸ਼ੀਸ਼ ਸਿੰਘ, ਜਿਨ੍ਹਾਂ ਦਾ ਜਨਮ 1978 ਮਾਰਚ ਵਿੱਚ ਹੋਇਆ। ਘਰ 'ਚ ਬੜੀਆਂ ਖੁਸ਼ੀਆਂ ਸੀ। ਪੁੱਤਰਾਂ ਦੀ ਜੋੜੀ ਨੂੰ ਵਧਦਿਆਂ ਵੇਖ ਕੇ ਮਾਂ ਪਿਓ ਦੇ ਕਲੇਜੇ ਠੰਡ ਪੈਂਦੀ ਸੀ। ਮਾਤਾ ਪਿਤਾ ਨੇ ਬੱਚਿਆਂ ਨੂੰ ਸਮਾਜ ਸੇਵਾ ਕਰਨ ਦੇ, ਵੱਡਿਆਂ ਦਾ ਸਤਿਕਾਰ ਕਰਨ ਦੇ ਬੜੇ ਹੀ ਅਥਾਹ ਗੁਣ ਬਖਸ਼ੇ ਸਨ, ਜਿਨ੍ਹਾਂ ਸਦਕਾ ਤੁਸੀਂ ਆਪ ਜੀ ਜਾਣਦੇ ਹੋ ਕਿ ਚੜ੍ਹਦੀ ਜਵਾਨੀ ਬੱਚਿਆਂ ਨੇ ਪੜ੍ਹ ਲਿਖ ਕੇ ਪਿਤਾ ਪੁਰਖੀ ਕਿਤੇ ਖੇਤੀਬਾੜੀ ਦੇ ਨਾਲ ਨਾਲ ਆੜਤ ਨੂੰ ਵੀ ਵੱਡੇ ਪੱਧਰ 'ਤੇ ਚਲਾਇਆ ਅਤੇ ਇਲਾਕੇ 'ਚ ਪਰਿਵਾਰ ਨੂੰ ਵਿਲੱਖਣ ਪਹਿਚਾਣ ਦਿੱਤੀ। ਵੱਖ ਵੱਖ ਧਾਰਮਿਕ ਸਮਾਗਮਾਂ 'ਚ ਵੀ ਬਾਬਾ ਜੀ ਨੇ ਹੁਣੇ ਜ਼ਿਕਰ ਕੀਤਾ, ਉਹਨਾਂ ਦੀ ਬੜੀ ਇੱਛਾ ਸੀ ਕਿ ਸਾਡਾ ਸਮਾਜ ਬਹੁਤ ਅੱਗੇ ਜਾਵੇ। ਅਸੀਂ ਸਿੱਖ ਪੰਥ ਕਿਵੇਂ ਗਿਆ ਉਹਦੇ ਬਾਰੇ ਵੀ ਉਹਨਾਂ ਨੇ ਪ੍ਰੋਗਰਾਮ ਉਲੀਕੇ ਹੋਏ ਸੀ। ਇੱਥੇ ਹੀ ਨਹੀਂ, ਸਮਾਜ ਸੁਧਾਰਨ ਲਈ ਸ਼ਹੀਦਾਂ ਦੀ ਧਰਤੀ ਜਿੱਥੇ ਇਹਨਾਂ ਦਾ ਜਨਮ ਹੋਇਆ ਸੀ, ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਸੁਖਦੇਵ, ਉਹਨਾਂ ਦੀ ਯਾਦ ਨੂੰ ਵੀ ਸਤੀਵੀ ਰੱਖਣ ਲਈ ਇਹਨਾਂ ਵੀਰਾਂ ਨੇ ਪਿਛਲੇ ਕੁਝ ਸਾਲਾਂ ਤੋਂ ਬੜੇ ਵਧੀਆ ਉਦਮ ਕਰਦੇ ਸੀ ਤੇ ਰੋਟਰੀ ਕਲੱਬ ਨਾਲ ਵੀ ਉਹ ਜੁੜੇ ਹੋਏ ਸੀ। ਕਹਿਣ ਦਾ ਮਤਲਬ ਇਹ ਹੈ ਕਿ ਅਜਿਹੀਆਂ ਸ਼ਖਸੀਅਤਾਂ ਨੂੰ ਬਿਆਨ ਕਰਨਾ ਬੜਾ ਔਖਾ ਹੈ, ਜਿਨ੍ਹਾਂ ਨੇ ਆਪਣੇ ਕੰਮ ਕਾਜ ਦੇ ਨਾਲ ਨਾਲ ਸਮਾਜ ਸੇਵਾ ਨੂੰ, ਲੋਕਾਂ ਨੂੰ ਸਮਰਪਿਤ ਹੋ ਕੇ ਸੇਧ ਦੇਣ ਲਈ ਆਪਣਾ ਜੀਵਨ ਗੁਜ਼ਾਰਿਆ। ਬੜਾ ਵਧੀਆ ਪਰਿਵਾਰ ਹੱਸ ਠੱਠ ਰਿਹਾ ਸੀ, ਤਰੱਕੀਆਂ ਕਰ ਰਿਹਾ ਸੀ। ਪਤਾ ਨਹੀਂ ਕਿਹੜੀ ਕਲੈਣੀ ਘੜੀ ਆਈ ਕਿ ਇਸ ਪਰਿਵਾਰ ਨੂੰ ਐਸੀ ਚੰਦਰੀ ਨਜ਼ਰ ਨੇ ਖਾ ਲਿਆ ਕਿ ਦੋਨੋਂ ਵੀਰ ਇੱਕੋ ਹੀ ਘੜੀ ਸਾਡੇ ਸਭ ਤੋਂ ਸਦਾ ਸਦਾ ਲਈ ਖੋਹ ਲਏ ਉਸ ਪਰਮਾਤਮਾ ਨੇ। ਇਸ ਅਕਹਿ ਅਤੇ ਅਸਹਿ ਸਦਮੇ 'ਚੋਂ ਪਰਿਵਾਰ ਲੰਘ ਰਿਹਾ। ਅਸੀਂ ਸਾਰੇ ਬੜੇ ਨੇੜਿਓਂ ਮਹਿਸੂਸ ਕਰ ਸਕਦੇ ਹਾਂ, ਪਰ ਸਾਡੇ ਕੋਲ ਕੋਈ ਸ਼ਬਦ ਨਹੀਂ ਹੈਗੇ ਅਸੀਂ ਇਸ ਪਰਿਵਾਰ ਨਾਲ ਦੁੱਖ ਸਾਂਝਾ ਕਰ ਸਕੀਏ। ਪਰੰਤੂ ਫਿਰ ਵੀ ਧੰਨਵਾਦ, ਤੁਸੀਂ ਵੱਡੀ ਗਿਣਤੀ 'ਚ ਆ ਕੇ ਇਸ ਪਰਿਵਾਰ ਦੇ ਦੁੱਖ 'ਚ ਸ਼ਰੀਕ ਹੋਏ ਹੋ। ਮੈਂ ਪਰਿਵਾਰ ਵੱਲੋਂ ਵਿਸ਼ੇਸ਼ ਤੌਰ 'ਤੇ ਪਹੁੰਚੇ। ਪਿਛਲੇ ਜਿੱਦਣ ਸੰਸਕਾਰ ਸੀ ਉਸ ਦਿਨ ਵੀ, ਅੱਜ ਵੀ ਅੰਤਮ ਅਰਦਾਸ 'ਚ ਪਹੁੰਚੀਆਂ ਸ਼ਖਸੀਅਤਾਂ ਵਿੱਚ ਅਸੀਂ ਸਰਦਾਰ ਸਾਡੇ ਹਲਕੇ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਜੀ ਵੱਲੋਂ ਉਹਨਾਂ ਦੇ ਭਰਾਤਾ
ਹਰਿੰਦਰ ਸਿੰਘ ਖੋਸਾ ਡਾਇਰੈਕਟਰ ਪੰਜਾਬ ਮੰਡੀ ਬੋਰਡ, ਕਾਂਗਰਸ ਦੇ ਸੂਬਾਈ ਆਗੂ ਹਰਜਿੰਦਰ ਸਿੰਘ ਬਿੱਟੂ ਸਾਂਘਾ ਜੀ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਰੋਹਿਤ ਕੁਮਾਰ ਮਾਂਟੂ ਵੋਰਾ ਜੀ, ਸੁਖਪਾਲ ਸਿੰਘ ਨੰਨੂ ਸਾਬਕਾ ਮੁੱਖ ਸੰਸਦੀ ਸਕੱਤਰ ਆਦਿ ਵੱਖ-ਵੱਖ ਪਾਰਟੀਆਂ ਤੋਂ, ਸਮਾਜਿਕ ਸੰਸਥਾਵਾਂ ਤੋਂ ਜਿੰਨੇ ਵੀ ਆਗੂ ਵਰਕਰ ਵੀਰ ਪਹੁੰਚੇ ਆ, ਸਭਨਾਂ ਦਾ ਆਪਣੇ ਵੱਲੋਂ, ਆਪਣੇ ਇਹ ਸਿੱਧੂ ਪਰਿਵਾਰ ਵੱਲੋਂ ਧੰਨਵਾਦ ਕਰਦਾ। ਅਤੇ ਮੈਂ ਆਪਣੇ ਵੱਲੋਂ ਉਹਨਾਂ ਨੂੰ ਇੱਕ ਬੇਨਤੀ ਅਪੀਲ ਜ਼ਰੂਰ ਕਰੂੰਗਾ ਕਿ ਬੇਸ਼ੱਕ ਸਾਡੇ ਵਿੱਚੋਂ ਸਰਦਾਰ ਬਖਸ਼ੀਸ਼ ਸਿੰਘ, ਕਾਬਲ ਸਿੰਘ ਚਲੇ ਗਏ ਆ, ਲੇਕਿਨ ਨਹੀਂ, ਉਹਨਾਂ ਦੇ ਫਰਜ਼ੰਦ ਜਿਨ੍ਹਾਂ ਨੂੰ ਬਾਪੂ ਮਹਿੰਦਰ ਸਿੰਘ ਹੋਰਾਂ ਨੇ ਅਜੋਕੇ ਸਮੇਂ ਦਾ ਹਾਣੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ। ਸੁਖਬੀਰ ਸਿੰਘ ਜਿਹੜਾ ਕੌਮੀ ਪੱਧਰ ਦਾ ਨਿਸ਼ਾਨੇਬਾਜ਼ ਸਿੱਧ ਹੋ ਕੇ ਸਿੱਧੂ ਪਰਿਵਾਰ ਨੂੰ ਦੁਨੀਆ 'ਚ ਨਾਮ ਰੋਸ਼ਨ ਕੀਤਾ, ਇਸੇ ਤਰ੍ਹਾਂ ਸੁਖਦੇਵ ਸਿੰਘ ਸਿੱਧੂ, ਉਹਦਾ ਵੀ ਪਰਿਵਾਰ ਵੱਲੋਂ ਵਿਆਹ ਜਿਹੜਾ ਉਹ ਬਾਹਰ ਦੇਸ਼ ਕੀਤਾ ਗਿਆ। ਇਸੇ ਤਰ੍ਹਾਂ ਜਿਹੜਾ ਸਮਰੀਤ ਕੌਰ ਧੀ ਪੜ੍ਹ ਲਿਖ ਰਹੀ ਹੈ ਅਤੇ ਸੁਖਯਾਦ ਸਿੰਘ ਵੀ ਆਈਲੈਟਸ ਕਰ ਰਿਹਾ ਸੀ। ਮਤਲਬ ਕਿ ਪਰਿਵਾਰ ਬੜਾ ਵਧੀਆ ਵੱਧ ਫੁੱਲ ਰਿਹਾ ਸੀ, ਲੇਕਿਨ ਕੁਛ ਕਹਿ ਨਹੀਂ ਸਕਦੇ, ਜੋ ਕਹਿਣ ਨੂੰ ਸ਼ਬਦ ਨਹੀਂ ਹੈਗੇ। ਇੱਕ ਵਾਰ ਫਿਰ ਤੋਂ ਤੁਸੀਂ ਦੁੱਖ ਸਾਂਝਾ ਕਰਨ ਆਏ ਹੋ ਅਤੇ ਇਹ ਪਿਆਰ ਇਸੇ ਤਰ੍ਹਾਂ ਬਣਾ ਕੇ ਇਹਨਾਂ ਬੱਚਿਆਂ ਦੇ ਸਿਰ 'ਤੇ ਆਸ਼ੀਰਵਾਦ ਬਣਾਈ ਰੱਖਿਓ। ਕਦੇ ਵੀ ਦੂਰੀਆਂ ਪਾਉਣ ਦੀ ਕੋਸ਼ਿਸ਼ ਨਾ ਕਰਿਓ, ਔਖੇ ਸੌਖੇ ਫਿਰ ਵੀ ਪਰਿਵਾਰ ਨਾਲ ਸਾਂਝ ਪਾਇਓ, ਤਾਂ ਜੋ ਪਰਿਵਾਰ ਨੂੰ ਇਹ ਵਿਛੋੜਾ ਭੁੱਲ ਤਾਂ ਨਹੀਂ ਸਕਦਾ, ਲੇਕਿਨ ਆਪਾਂ ਉਹਨਾਂ ਦੇ ਦੁੱਖ 'ਚ ਵੰਡਾ ਕੇ ਬੱਚਿਆਂ ਨੂੰ ਗਾਂਹ ਵਧਣ ਲਈ ਹੌਸਲਾ ਅਫਜ਼ਾਈ ਕਰਦੇ ਰਹੀਏ। ਇਹਦੇ ਨਾਲ ਹੀ ਆਪ ਜੀ ਦਾ ਧੰਨਵਾਦ ਅਤੇ ਪਰਿਵਾਰ ਵੱਲੋਂ ਬੇਨਤੀ ਹੈ ਕਿ ਗੁਰੂ ਦਾ ਲੰਗਰ ਤਿਆਰ ਹੈ, ਸਮੂਹ ਸੰਗਤ ਜ਼ਰੂਰ ਛਕ ਕੇ ਜਾਵੇ। ਦਲੇਰ ਬਣ ਕੇ, ਮਰਦ ਬਣ ਕੇ ਆਪਣੀ ਕਿਰਤ ਕਮਾਈ ਨੂੰ ਅੱਗੇ ਵਧਾਇਆ ਜੇ, ਉਹਦੇ ਕਾਰੋਬਾਰਾਂ ਨੂੰ ਅੱਗੇ ਵਧਾਇਆ ਜੇ। ਤੁਹਾਡਾ ਆਸਰਾ ਜਾਂ ਗੁਰੂ ਦਾ ਆਸਰਾ ਅੱਜ ਤੁਹਾਡੇ ਦਾਦੀ ਦਾਦੇ ਨੂੰ ਹੈ। ਉਹਨਾਂ ਦੇ ਕਾਬਲ ਤੇ ਬਖਸ਼ੀਸ਼ ਬਣ ਕੇ ਉਹਦੇ ਬਜ਼ੁਰਗ ਦਾਦੀ ਦਾਦੇ ਨੂੰ ਤੱਤੀ ਹਵਾ ਨਾ ਲੱਗਣ ਦਿਆ ਜੇ, ਉਹਨਾਂ ਨੂੰ ਪੁੱਤਰ ਚੇਤੇ ਨਾ ਆਉਣ ਦਿਆ ਜੇ। ਮੇਰੇ ਸ਼ੇਰ ਬਣ ਕੇ